ਅਗਲੀ ਦੀਪਕ ਜੀ ਆਪਾਂ ਗੱਲ ਕਰਦੇ ਹਾਂ ਬੀਤੇ ਦਿਨਾਂ ਦੇ ਵਿੱਚ ਦੇਖੋ ਇਲੀਗਲ ਇਮੀਗ੍ਰੇਸ਼ਨ ਦੇ ਖਿਲਾਫ ਅਮਰੀਕਾ ਦੇ ਵਿੱਚ ਵੱਡੀ ਮੁਹਿੰਮ ਜਿਹੜੀ ਉਹ ਚੱਲ ਰਹੀ ਆ। ਟਰੰਪ ਪ੍ਰਸ਼ਾਸਨ ਦੇ ਕੈਂਪੇਨ ਦਾ ਇਹ ਵਾਅਦਾ ਵੀ ਸੀਗਾ। ਹੁਣ H1B ਦੇ ਵੀਜ਼ੇ ਦੇ ਮਗਰ ਵੀ ਜਿਹੜੇ ਉਹ ਜਾ ਰਹੇ ਆ। ਰੀਸੈਂਟਲੀ ਜਿਹੜੇ ਉਪ ਰਾਸ਼ਟਰਪਤੀ JD ਵੈਂਸ ਹੋਣਾ ਨੇ ਇਸ ਦੇ ਉੱਤੇ ਸਵਾਲ ਚੱਕੇ। ਉਸ ਤੋਂ ਇਲਾਵਾ ਟਰੰਪ ਸਮਰਥਕਾਂ ਦੇ ਵੀ ਇਸ ਨੂੰ ਲੈ ਕੇ ਸਵਾਲ ਰਹਿੰਦੇ ਆ। ਟਰੰਪ ਹੁਣਾਂ ਨੇ ਦੋ ਟੁਕ ਜਿਹੜੀ ਉਹ ਸੁਣਾ ਦਿੱਤੀ। ਹੁਣ ਇਸ ਦੇ ਉੱਤੇ ਹੁਕਮ ਜਾਰੀ ਕਰ ਦਿੱਤਾ ਵੀ ਅਮਰੀਕੀ ਕੰਪਨੀਆਂ ਚੋਂ ਭਾਰਤੀਆਂ ਨੂੰ ਬਾਹਰ ਕਰਨ ਦਾ ਜਿਹੜਾ ਉਹ ਹੁਕਮ ਟਰੰਪ ਹੁਣਾਂ ਨੇ ਦੇ ਦਿੱਤਾ ਆ। ਹੁਣ ਨਾਲ ਹੀ ਸਵਾਲ ਲੱਗਦਾ ਇਹ ਆ ਜਾਂਦਾ ਹੈ ਵੀ ਪੰਜਾਬ ਵਿੱਚ ਕੀ ਵਧਾਏਗਾ ਇਹ ਬੇਰੁਜ਼ਗਾਰੀ? ਦੇਖੋ, ਅਮਰੀਕਾ ਫਸਟ ਦਾ ਨਾਰਾ ਟਰੰਪ ਨੇ ਦਿੱਤਾ ਤੇ ਠੀਕ ਹੈ, ਆਪਣੇ ਮੁਲਕ ਨੂੰ, ਆਪਣੇ ਮੁਲਕ ਦੇ ਨਾਗਰਿਕਾਂ ਨੂੰ ਪਹਿਲ ਦੇਣਾ ਹਰੇਕ ਦਾ ਫਰਜ਼ ਵੀ ਬਣਦਾ। ਆਪਾਂ ਮੰਨ ਲਈਏ ਇਸ ਗੱਲ ਦੇ ਆਧਾਰ ਤੇ ਅੱਗੇ ਗੱਲ ਵਧੀਏ। ਪਰ ਜੇ ਅਮਰੀਕਾ ਫਸਟ ਦਾ ਮਤਲਬ ਉਹ ਕਿਹਨੂੰ ਮੰਨਦੇ ਨੇ? ਬਾਈ ਬਰਥ ਜਿਹੜਾ ਅਮਰੀਕਾ ਉਹਨੂੰ ਮੰਨਦੇ ਨੇ, ਉਹ ਤਾਂ ਉਹਨੂੰ ਵੀ ਚੈਲੰਜ ਕਰ ਰਹੇ ਨੇ ਹੁਣ ਕਈ ਪਹਿਲੂਆਂ 'ਚ। ਤਾਂ ਜਿਹੜਾ ਅਮਰੀਕਾ ਦਾ ਜਨਮ ਹੈ, ਚਾਹੇ ਉਹਦੇ ਮਾਂ ਪਿਓ ਗੈਰ ਕਾਨੂੰਨੀ, ਤਾਂ ਫਿਰ ਉਹਨੂੰ ਵੀ ਰਹਿਣ ਨਹੀਂ ਦਿਆਂਗੇ। ਫਿਰ ਉਹ ਕੀ ਸਿਰਫ ਜਿਹੜੇ ਉੱਥੋਂ ਦੇ ਗੋਰੇ ਨੇ ਉਹਨਾਂ ਨੂੰ ਉਹ ਮੰਨਦੇ ਨੇ, ਜਿਹੜੇ ਹੋਰ ਆ ਕੇ ਉੱਥੇ ਅਮਰੀਕਨ ਸਿਟੀਜ਼ਨ ਬਣ ਗਏ ਹੁਣ ਜਾਂ ਉੱਥੋਂ ਦੇ ਵਾਸੀ ਬਣ ਗਏ ਹੁਣ, ਕਿ ਉਹਨਾਂ ਨੂੰ ਉਹ ਨਹੀਂ ਮੰਨਦੇ ਅਮਰੀਕਨ? ਕਿ ਇਸ ਕੈਟਾਗਰੀ ਦੀ ਵਰਗਵੰਡ ਵੀ ਉਹ ਕਰ ਰਹੇ ਨੇ। ਪਰ ਜਿਹੜਾ ਤਾਜ਼ਾ ਹੁਕਮ ਹੈ ਉਹਨਾਂ ਦਾ, ਮੈਂ ਉਸ ਹੁਕਮ ਨੂੰ ਜਦੋਂ ਗੌਰ ਕਰ ਰਿਹਾ ਸੀ, ਉਹ ਕਹਿੰਦੇ ਵੀ ਗੂਗਲ ਵਰਗੀ ਕੰਪਨੀ, ਮੇਟਾ ਵਰਗੀ ਕੰਪਨੀ, ਅਜਿਹੀਆਂ ਜਿਹੜੀਆਂ ਵੱਡੀਆਂ ਦੁਨੀਆ ਦੀਆਂ ਨਾਮੀ ਗ੍ਰਾਮੀ ਕੰਪਨੀਆਂ ਨੇ, ਉਹਨਾਂ 'ਚ ਭਾਰਤੀਆਂ ਨੂੰ ਬਾਹਰ ਕਰਨ ਦਾ ਹੁਕਮ ਦਿੱਤਾ। ਜੇ ਤਾਂ ਉਹ ਅਮਰੀਕਾ ਫਸਟ ਦੇ ਨਾਤੇ ਇਹ ਕਹਿੰਦੇ ਕਿ ਬਾਹਰਲੇ ਮੁਲਕਾਂ ਦੇ ਸਾਰਿਆਂ ਨੂੰ ਬਾਹਰ ਕੀਤਾ ਜਾਵੇ, ਫਿਰ ਤਾਂ ਹੁਕਮ ਬਾਇਸ ਨਾ ਲੱਗਦਾ। ਪਰ ਹੁਣ ਅਚੇਚੇ ਤੌਰ ਤੇ ਜੇ ਭਾਰਤੀਆਂ ਨੂੰ ਬਾਹਰ ਕਰਨ ਦਾ ਹੁਕਮ ਦਿੱਤਾ, ਹੁਣ ਮਿੱਤਰ ਦੀ ਜ਼ਿੰਮੇਵਾਰੀ ਬਣਦੀ ਹੈ, ਮਿੱਤਰ ਜੀ ਪੁੱਛਣਾ ਉਹਨੂੰ ਇਹ ਇਕੱਲਾ ਭਾਰਤੀਆਂ ਲਈ। ਦੂਸਰੀ ਗੱਲ, ਤੁਸੀਂ ਗੈਰ ਕਾਨੂੰਨੀ ਬਾਹਰਲੇ ਮੁਲਕਾਂ ਤੋਂ ਆਇਆਂ ਨੂੰ, ਉਹਦੇ ਵਿੱਚ ਭਾਰਤ ਵਾਲੇ ਵੀ ਨੇ ਸਾਡੇ, ਫਿਰ ਭਾਰਤ 'ਚ ਪੰਜਾਬ ਵਾਲੇ ਵੀ ਸਾਡੇ ਹੁੰਦੇ ਨੇ, ਤਾਂ ਤੁਸੀਂ ਉਹਨਾਂ ਨੂੰ ਬਾਹਰ ਕਰਨ ਦੀ ਗੱਲ ਕਰਦੇ ਹੋ ਤਾਂ ਉਹ ਕਿਸੇ ਹੱਦ ਤੱਕ ਸਮਝ ਵੀ ਆਵੇ। ਪਰ ਤਰੀਕਾਕਾਰ ਤੁਸੀਂ ਜਿਹੜਾ ਅਪਣਾਇਆ ਸੀ ਉਹਦਾ ਵੱਡਾ ਵਿਰੋਧ ਹੋਇਆ ਸੀ ਕਿ ਕਿਹੜਾ ਤਰੀਕਾ, ਹੱਥਕੜੀਆਂ ਬੈੜੀਆਂ ਵਾਲਾ। ਪਰ ਹੁਣ ਜਿਹੜੀਆਂ ਕੰਪਨੀਆਂ ਦੀ ਟਰੰਪ ਸਾਹਿਬ ਗੱਲ ਕਰਦੇ ਨੇ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਇਹਨਾਂ ਕੰਪਨੀਆਂ 'ਚ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਕੋਈ ਆਇਆ ਨਹੀਂ ਹੋਊਗਾ। ਜੇ ਗੂਗਲ, ਮੇਟਾ ਵਰਗੀਆਂ ਕੰਪਨੀਆਂ 'ਚ ਕੋਈ ਵੱਡੇ ਅਹੁਦਿਆਂ ਤੇ ਵੱਡੇ ਪੋਸਟਾਂ ਤੇ ਕੰਮ ਕਰ ਰਿਹਾ, ਇਸ ਸਮੇਂ 20-22 ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਅਮਰੀਕਾ 'ਚ ਸਥਾਪਿਤ ਨੇ, ਉਹਨਾਂ 'ਚ ਭਾਰਤੀ ਹੈਡ ਨੇ, ਲੀਡ ਕਰਦੇ ਨੇ ਉਹਨੂੰ। ਤੇ ਇਹਦਾ ਮਤਲਬ ਉਹ ਇਹਨਾਂ ਪੋਸਟਾਂ ਤੱਕ ਜੇ ਪਹੁੰਚੇ ਨੇ ਜਾਂ ਇਹਨਾਂ ਕੰਪਨੀਆਂ ਦੇ ਵਿੱਚ ਉਹ ਕਿਸੇ ਵੱਖੋ-ਵੱਖ ਅਹੁਦਿਆਂ ਤੇ ਕੰਮ ਕਰਦੇ ਨੇ, ਇਹ ਜਿਹੀਆਂ ਸੈਂਕੜੇ ਕੰਪਨੀਆਂ 'ਚ, ਤਾਂ ਇਹਦਾ ਮਤਲਬ ਆਪਣੀ ਸਕਿੱਲ ਦੇ ਦਮ ਤੇ, ਆਪਣੀ ਸਟੱਡੀ ਦੇ ਦਮ ਤੇ, ਆਪਣੀ ਕਾਬਲੀਅਤ ਦੇ ਦਮ ਤੇ ਇੱਥੇ ਤੱਕ ਆਏ ਨੇ। ਉਹਨਾਂ ਨੇ ਕਿਸੇ ਦਾ ਹੱਕ ਮਾਰ ਕੇ ਤਾਂ ਲਿਆ ਨਹੀਂ। ਫਿਰ ਤੁਸੀਂ ਇਸ ਤਰੀਕਾਕਾਰ ਨੂੰ ਕਿਵੇਂ ਲਾਓਗੇ? ਪਰ ਇਹ ਪਹਿਲੀ ਨਜ਼ਰ 'ਚ ਇੰਨੀ ਖਬਰ ਨਹੀਂ ਹੈ ਕਿ ਜੀ ਅਮਰੀਕਾ 'ਚ ਜਿੰਨੀਆਂ ਕੰਪਨੀਆਂ ਨੇ ਉਹਨਾਂ 'ਚੋਂ ਭਾਰਤੀਆਂ ਨੂੰ ਬਾਹਰ ਕਰੋ। ਮੈਂ ਇਹਦਾ ਅਸਰ ਭਾਰਤ ਦੇ ਅੰਦਰ, ਪੰਜਾਬ ਦੇ ਅੰਦਰ ਉਹਨਾਂ ਥਾਵਾਂ ਤੇ ਵੀ ਦੇਖ ਰਿਹਾ ਜਿੱਥੇ ਅਮਰੀਕਾ ਦੇ ਕੰਪਨੀਆਂ ਦੇ ਕਾਲ ਸੈਂਟਰ ਚੱਲਦੇ। ਹਾਂਜੀ, ਮੈਨੂੰ ਉਸ ਨਜ਼ਰ ਤੋਂ ਲੈ ਲਿਆ। ਟਰੰਪ ਹੋਰੀ ਜਦੋਂ ਇਹ ਗੱਲ ਕਰ ਰਹੇ ਸੀ ਤਾਂ ਉਹਨਾਂ ਦਾ ਇੱਕ ਕੋਡ ਮੇਰੇ ਧਿਆਨ 'ਚ ਆਇਆ, ਜਿਹੜਾ ਮੈਂ ਨੋਟ ਕੀਤਾ। ਉਹ ਕਹਿੰਦੇ ਵੀ ਕੰਪਨੀਆਂ ਅਮਰੀਕਾ 'ਚ ਨੇ, ਹੈ ਨਾ, ਤੇ ਇਸ ਅਮਰੀਕਾ 'ਚ ਹੋਣ ਦੇ ਨਾਤੇ ਸਾਡੀ ਆਜ਼ਾਦੀ ਦਾ ਫਾਇਦਾ ਚੁੱਕ ਰਹੀਆਂ ਨੇ। ਉਹ ਕਹਿੰਦੇ ਫੈਕਟਰੀਆਂ ਇਹ ਲਾਉਂਦੇ ਨੇ ਜਾ ਕੇ ਚੀਨ 'ਚ, ਤੇ ਕਰਮਚਾਰੀ ਰੱਖਦੇ ਨੇ ਭਾਰਤ ਦੇ, ਤੇ ਜੀ ਮੁਨਾਫਾ ਕਮਾਉਂਦੇ ਨੇ ਆਇਰਲੈਂਡ 'ਚ। ਕਰਮਚਾਰੀ ਭਾਰਤ ਤੋਂ ਲੈਂਦੇ ਨੇ, ਫੈਕਟਰੀਆਂ ਚੀਨ 'ਚ ਲਾਉਂਦੇ ਨੇ, ਤੇ ਮੁਨਾਫਾ ਜਾ ਕੇ ਆਇਰਲੈਂਡ 'ਚ ਕਮਾਉਂਦੇ ਨੇ। ਹੁਣ ਇਹਦਾ ਅਰਥ ਕੀ ਕਿ ਜੇ ਕਿਸੇ ਕੰਪਨੀ ਦਾ ਹੈੱਡ ਆਫਿਸ ਅਮਰੀਕਾ 'ਚ ਆ ਤਾਂ ਉਹਦੀ ਪ੍ਰੋਡਕਸ਼ਨ ਚੀਨ 'ਚ ਹੋ ਰਹੀ ਆ, ਤੇ ਉਹਨੇ ਆਪਣੇ ਕਾਲ ਸੈਂਟਰ ਮਸਲਿਆਂ ਨੂੰ ਸੁਲਝਾਉਣ ਲਈ, ਸਾਰਾ ਕੁਛ ਲਈ ਪੰਜਾਬ 'ਚ, ਭਾਰਤ 'ਚ ਕਿਤੇ ਡੀਲ ਕੀਤੀ ਆ, ਉੱਥੇ ਖੁੱਲੇ ਨੇ, ਤਾਂ ਇਹਦਾ ਮਤਲਬ ਇਹ ਅਸਰ ਉੱਥੇ ਤੱਕ ਜਾਊਗਾ। ਫਿਰ ਇਹਨਾਂ ਦਾ ਇਹ ਕਹਿਣਾ, ਇਹ ਉਹਨਾਂ ਕੰਪਨੀਆਂ ਨੂੰ ਇਹ ਧਮਕੀ ਦੇ ਰਹੇ ਨੇ ਕਿ ਜਾਂ ਤਾਂ ਅਮਰੀਕਾ ਤੋਂ ਬੁਰੀ ਵਿਸਰਾ ਬੰਨ ਲਓ, ਜਾਂ ਫਿਰ ਮਤਲਬ ਕਿ ਜੇ ਇੱਥੇ ਰਹਿ ਕੇ ਕੰਮ ਕਰਨਾ ਫਿਰ ਉੱਥੋਂ ਭਾਰਤੀਆਂ ਨੂੰ ਕੱਢੋ। ਇਹਦਾ ਮਤਲਬ ਹੀ ਪੰਜਾਬ ਦੇ ਮੋਹਾਲੀ, ਚੰਡੀਗੜ੍ਹ ਦੇ ਵਿੱਚ ਹੀ ਸੈਂਕੜੇ ਅਮਰੀਕਨ ਕੰਪਨੀਆਂ ਦੇ ਕਾਲ ਸੈਂਟਰ ਨੇ ਜਿਹੜੇ ਜੈਨੂਇਨ ਤਰੀਕੇ ਨਾਲ ਚੱਲਦੇ ਨੇ, ਕੋਈ ਠੱਗੀ ਠੋਰੀ ਵਾਲੇ ਤਰੀਕੇ ਨਾਲ ਨਹੀਂ ਚੱਲਦੇ। ਵੈਲਿਡ ਰਜਿਸਟਰਡ ਕੰਪਨੀਆਂ ਦੇ ਥਰੂ ਚੱਲਦੇ ਨੇ। ਤੇ ਇਹੋ ਜਿਹੇ ਬੰਗਲੁਰੂ ਦੇ ਵਿੱਚ, ਅਹਿਮਦਾਬਾਦ ਦੇ ਵਿੱਚ, ਦਿੱਲੀ ਦੇ ਵਿੱਚ, ਮੁੰਬਈ ਦੇ ਵਿੱਚ ਪਤਾ ਨਹੀਂ ਕਿੰਨੇ ਨੇ। ਤੇ ਇੱਥੇ ਤੁਸੀਂ ਆ ਕੇ ਦੇਖੋ, ਸਵੇਰੇ 5 ਵਜੇ 6 ਵਜੇ ਗੱਡੀਆਂ ਘਰਾਂ ਨੂੰ ਬੱਚਿਆਂ ਨੂੰ ਛੱਡਣ ਆ ਰਹੀਆਂ ਹੁੰਦੀਆਂ, ਦੂਸਰੀਆਂ ਗੱਡੀਆਂ ਲੈ ਕੇ ਜਾ ਰਹੀਆਂ ਹੁੰਦੀਆਂ। ਦਿਨ ਤੇ ਰਾਤ 24 ਘੰਟੇ ਕਾਲ ਸੈਂਟਰ ਚੱਲਦੇ ਨੇ ਤੇ ਲੱਖਾਂ ਦੀ ਤਾਦਾਦ 'ਚ ਜਵਾਕ ਕੰਮ ਕਰਦੇ ਜੀ। ਤੇ ਕੀ ਇਹ ਪੰਜਾਬ 'ਚ ਇਹਨਾਂ ਨੂੰ ਸੜਕਾਂ ਤੇ ਲਿਆਉਣ ਦੀ ਕਵਾਇਦ, ਕਿ ਇਹਨਾਂ ਨੂੰ ਕਢਾਉਣਾ ਚਾਹੁੰਦੇ ਨੇ ਟਰੰਪ? ਕਿ ਇਹ ਪੋਸਟਾਂ ਉਹ ਅਮਰੀਕਾ 'ਚ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਉੱਥੇ ਫਿਰ ਕੰਪਨੀਆਂ, ਆਪਣਾ ਆਰਥਿਕ ਬੋਝ ਤਾਂ ਕੰਪਨੀਆਂ ਦਾ ਵਧੂਗਾ। ਹੋ ਸਕਦਾ ਜਿੱਡੀਆਂ ਵੱਡੀਆਂ ਕੰਪਨੀਆਂ ਨੇ ਉਹ ਸਹਿ ਵੀ ਲੈਣਗੀਆਂ,
ਪਰ ਜਿਹੜੇ ਪਰਿਵਾਰ ਦੇ ਚੁੱਲ੍ਹੇ ਦੇ ਉੱਤੇ 20,000 25,000 ਮਹੀਨੇ ਦਾ ਆਉਂਦਾ ਹੈ ਤੇ ਉਹਦੇ ਨਾਲ ਹੀ ਉਹਦਾ ਚੁੱਲ੍ਹਾ ਮੰਗਦਾ ਹੈ। ਤੁਸੀਂ ਉਹਨਾਂ ਦੇ ਰੁਜ਼ਗਾਰ, ਨਵੇਂ ਬੱਚਿਆਂ ਦੇ ਜਿਹੜੀ ਨਵੀਂ ਪਨੀਰੀ ਬੜੇ ਸ਼ੌਂਕ ਨਾਲ 4 ਅੱਖਰ ਅੰਗਰੇਜ਼ੀ ਦੇ ਸਿੱਖ ਕੇ ਇੱਧਰ ਨੂੰ ਆਈ ਹੈ, +2 ਗ੍ਰੈਜੂਏਸ਼ਨ ਵਾਲੇ ਬੱਚੇ, ਤੁਸੀਂ ਉਹਨਾਂ ਦਾ ਰੁਜ਼ਗਾਰ ਖੋਹਣ ਵਾਲੀ ਕਵਾਇਦ ਚੋਂ। ਸੋ ਇਹ ਤਰੀਕਾਕਾਰ ਜ਼ਿੰਮੇਵਾਰੀ ਬਣਦੀ ਆ ਭਾਰਤ ਸਰਕਾਰ ਦੀ। ਮੋਦੀ ਜੀ, ਮਾਈ ਬੈਸਟ ਫਰੈਂਡ, ਟਰੰਪ ਇਜ਼ ਮਾਈ ਬੈਸਟ ਫਰੈਂਡ, ਅਬ ਕੀ ਬਾਰ ਟਰੰਪ ਸਰਕਾਰ, ਇਹ ਨਾਅਰੇ ਦੇ ਨਾਲੇ ਇਹਨਾਂ ਮੁੱਦਿਆਂ ਤੇ ਕਦੇ ਬੋਲਣਗੇ ਕਿ ਨਹੀਂ ਬੋਲਣਗੇ? ਉਹ ਤਾਂ ਅਜੇ ਤੱਕ ਉਹਦੇ ਪਰ ਨਹੀਂ ਬੋਲੇ। ਉਹ ਰਾਹੁਲ ਗਾਂਧੀ ਪੁੱਛੀ ਜਾਂਦਾ, ਕਹਿੰਦਾ 25 ਵਾਰ ਕਹਿਤਾ ਟਰੰਪ ਨੇ ਕਿ ਮੈਂ ਪਰਮਾਣੂ ਜੰਗ ਰਕਾਈ ਆ ਤੁਹਾਡੀ। ਕਹਿੰਦਾ ਤੁਸੀਂ ਇੱਕ ਵਾਰ ਤਾਂ ਬੋਲ ਦਿਓ। 5 ਦਿਨ ਹੋ ਗਏ ਮਾਨਸੂਨ ਸੈਸ਼ਨ ਚੱਲੇ ਨੂੰ, 1 ਮਿੰਟ ਦਾ ਕੰਮ ਨਹੀਂ ਹੋਇਆ। ਉਹ ਕਹਿੰਦੇ ਪਹਿਲਾਂ ਪਹਿਲਗਾਮ ਹਮਲੇ ਦੇ ਉੱਤੇ ਮਿਸ਼ਨ ਸੰਦੂਰ ਤੇ ਆ ਜਾਓ, ਬਿਹਾਰ ਵਾਲੀ ਚੋਣਾਂ ਤੇ ਆ ਜਾਓ। ਸੋ ਕਿੱਥੇ ਜਨਾਬ ਲੱਭਣ ਤਾਂ ਹੁਣ। ਸੋ ਇਸ ਲਈ ਇਹ ਬਹੁਤ ਵੱਡਾ ਸਵਾਲ ਖੜਾ ਹੈ ਕਿ ਜੇ ਟਰੰਪ ਦੇ ਇਹਨਾਂ ਬੋਲਾਂ ਦਾ ਅਸਰ ਅਮਰੀਕਾ ਤੋਂ ਲੈ ਕੇ ਭਾਰਤ ਤੱਕ, ਪੰਜਾਬ ਤੱਕ ਪੈਂਦਾ, ਫਿਰ ਕੇਂਦਰ ਸਰਕਾਰ, ਵਿਦੇਸ਼ ਮੰਤਰਾਲਾ, ਪ੍ਰਧਾਨ ਮੰਤਰੀ ਕੋਈ ਜ਼ਿੰਮੇਵਾਰੀ ਨਿਭਾਉਣਗੇ ਆਪਣੀ? ਜੀ।